गाफिल न रहे जहां में तू पूरा कर राजा डूब इधर जा से से। वीडियो अच्छी बनी है। सींचा गया है खूने शहीदां से इसका तो खून, तू आंसुओं की बुखल न कर इस निहाल से। उस विसाखी दे दिन जो लोग इस बाग विच शहीद हुए सन, उन सिख सन न हिंदू न मुसलमान। उस विसाखी खून नाल लथपथ होया सी पूरा हिंदुस्तान। ਉਹ ਅੰਮ੍ਰਿਤਸਰ ਵਿੱਚ 13 ਅਪ੍ਰੈਲ 1919 ਐਤਵਾਰ ਦੀ ਇੱਕ ਸਵੇਰ ਸੀ। ਪੰਜਾਬ ਦੀ ਧਰਤੀ ਤੇ ਆਉਣ ਵਾਲੇ ਸਭ ਤੋਂ ਖੂਬਸੂਰਤ ਦਿਨ ਸੀ, ਜਦ ਸਾਰਾ ਪੰਜਾਬ ਵਿਸਾਖੀ ਦੀਆਂ ਖੁਸ਼ੀਆਂ ਮਨਾ ਰਿਹਾ ਸੀ। ਪਤਾ ਨਹੀਂ ਕਿੰਨੇ ਸ਼ਰਧਾਲੂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਅਤੇ ਖਾਲਸਾ ਪੰਥ ਦਾ ਸਥਾਪਨਾ ਦਿਵਸ ਮਨਾਉਣ ਆਏ ਹੋਏ ਸਨ। ਠੀਕ ਉਸੇ ਦਿਨ ਕਾਂਗਰਸ ਦੇ ਨੇਤਾਵਾਂ ਨੇ ਜਲਿਆਂਵਾਲਾ ਬਾਗ ਵਿੱਚ ਸ਼ਾਮੀ 4:30 ਵਜੇ ਇੱਕ ਸਭਾ ਕਰਨ ਦਾ ਫੈਸਲਾ ਲਿਆ ਸੀ। ਉਹਨਾਂ ਦਾ ਇਰਾਦਾ ਡਾਕਟਰ ਸਤਿਪਾਲ ਅਤੇ ਡਾਕਟਰ ਕਿਚਲੂ ਦੀ ਰਿਹਾਈ ਅਤੇ ਕਾਲੇ ਕਾਨੂੰਨ ਦੀ ਵਾਪਸੀ ਦੀ ਮੰਗ ਕਰਨਾ ਸੀ। ਵਿਸਾਖੀ ਦੀਆਂ ਖੁਸ਼ੀਆਂ ਦੇ ਵਿਚਕਾਰ ਜਿਉਂ-ਜਿਉਂ ਦਿਨ ਅਗਾਂਹ ਵਧਿਆ, ਇੱਕ ਛੋਟਾ ਜਿਹਾ ਬੱਚਾ ਟੀਨ ਦਾ ਕਨਿਸਤਰ ਵਜਾਉਂਦਾ ਹੋਇਆ ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਇਹ ਸੁਨੇਹਾ ਦਿੰਦੇ ਹੋਏ ਨਿਕਲਿਆ। कौन जो करेगा अंदर बाबा? आज शाम 4:30 बजे हमारे नेताओं को सुनने के लिए जलियांवाला बाग में इकट्ठे हुए। अपने परिवारों के साथ जरूर आइए। ਜਿਉਂ ਹੀ ਇਸ ਬੱਚੇ ਦੀ ਮੁਨਾਦੀ ਨੂੰ ਵਿਸਾਖੀ ਮਨਾਉਂਦੇ ਹੋਏ ਲੋਕਾਂ ਨੇ ਸੁਣਿਆ ਤੇ ਸੋਚਿਆ ਕਿ ਜ਼ੁਲਮ ਦਾ ਵਿਰੋਧ ਕਰਨਾ ਤਾਂ ਕੋਈ ਜੁਰਮ ਨਹੀਂ ਹੈ। वीर जी, बाग में आ रहे हो कि नहीं आ रहे हो? हाँ सुना है, सवा है कोई। आप चलो, हम मत्था टेक के आए बस। हाँ, सुना तो मैंने भी वही है। शाम को बाग में पता चल ही जाएगा। वैसे परजाई जी, आप आ रहे हो ना? जस्सी को लेके पहुंच जाऊंगी 4:30 बजे। ਵੈਸੇ ਵੀ ਜਲਿਆਂਵਾਲੇ ਬਾਗ ਵਿੱਚ ਲੋਕੀ ਪਹਿਲਾਂ ਤੋਂ ਹੀ ਆਪਸ ਵਿੱਚ ਖੁਸ਼ੀਆਂ ਵੰਡ ਰਹੇ ਸਨ, ਆਰਾਮ ਕਰ ਰਹੇ ਸਨ। ਪਰ ਉਹਨਾਂ ਮਾਸੂਮ ਲੋਕਾਂ ਨੂੰ ਖਬਰ ਨਹੀਂ ਸੀ ਕਿ ਜਨਰਲ ਡਾਇਰ ਨੇ ਅੰਮ੍ਰਿਤਸਰ ਵਿੱਚ ਮਾਰਸ਼ਲ ਲਾਅ ਲਗਾ ਦਿੱਤਾ ਹੈ। ਪ੍ਰਭਾਤ ਫੇਰੀਆਂ ਕੱਢਣ ਅਤੇ ਜਲਸੇ ਕਰਨ ਤੇ ਰੋਕ ਲਗਾ ਦਿੱਤੀ ਹੈ, ਕਿਉਂਕਿ ਸਰਕਾਰ ਨੇ ਮਾਰਸ਼ਲ ਲਾਅ ਲਗਾਉਣ ਦਾ ਕੋਈ ਐਲਾਨ ਨਹੀਂ ਕਰਵਾਇਆ ਸੀ। ਤਕਰੀਬਨ ਦੁਪਹਿਰੇ 12:30 ਵਜੇ ਦੇ ਕਰੀਬ ਜਨਰਲ ਡਾਇਰ ਨੂੰ ਜਲਿਆਂਵਾਲਾ ਬਾਗ ਵਿੱਚ ਹੋਣ ਵਾਲੀ ਸਭਾ ਦੀ ਜਾਣਕਾਰੀ ਮਿਲੀ। साहब, सुना है कोई सभा होने वाली है। किधर? साहब, बाग में, जलियांवाला बाग। कब? सुना तो था, यही 4-4:30 के करीब। ये जुर्रत, देखता हूँ सभा को। ਜਨਰਲ ਡਾਇਰ ਇਹ ਉਹੀ ਨਾਂ ਸੀ ਜੋ ਅੱਗੇ ਚੱਲ ਕੇ ਅੰਗਰੇਜ਼ ਹਕੂਮਤ ਦੇ ਜ਼ੁਲਮ ਸਿਤਮ ਦਾ ਸਭ ਤੋਂ ਕਾਲਾ ਅਧਿਆਇ ਬਣਨ ਵਾਲਾ ਸੀ। ਉਹ ਅੰਗਰੇਜ਼ ਹਕੂਮਤ ਜਿਸ ਨੇ ਭਾਰਤ ਵਿੱਚ ਇਨਸਾਨ ਦੇ ਹੱਕ ਵਿੱਚ ਉੱਠਣ ਵਾਲੀ ਹਰ ਆਵਾਜ਼ ਨੂੰ ਹਰ ਤਰ੍ਹਾਂ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ ਸੀ, ਫਿਰ ਚਾਹੇ ਉਹ ਆਵਾਜ਼ ਗਰਜ ਵਿੱਚ ਉੱਠੀ ਹੋਵੇ ਜਾਂ ਖਾਮੋਸ਼ੀ ਵਿੱਚੋਂ। 1770 ਵਿੱਚ ਸੰਨਿਆਸੀਆਂ ਤੇ ਫਕੀਰਾਂ ਨੇ ਸੰਘਰਸ਼ ਕੀਤਾ ਤੇ ਸੰਨ 1857 ਵਿੱਚ ਪੂਰੇ ਦੇਸ਼ ਨੇ ਇੱਕ ਹੋ ਕੇ ਅੰਗਰੇਜ਼ਾਂ ਦੇ ਖਿਲਾਫ ਪਹਿਲੇ ਸੁਤੰਤਰਤਾ ਸੰਗਰਾਮ ਦੀ ਹੰਕਾਰ ਭਰੀ।
ਇਸ ਸੰਗਰਾਮ ਦੀ ਹੰਕਾਰ ਨੂੰ ਅੰਗਰੇਜ਼ਾਂ ਨੇ ਦਬਾ ਜ਼ਰੂਰ ਦਿੱਤਾ, ਪਰ ਹੰਕਾਰ ਜਦੋਂ ਤੱਕ ਜ਼ਿੰਦਾ ਹੈ ਉਹ ਮੂੰਹ ਤੇ ਰੱਖੀ ਹਥੇਲੀ ਵਿੱਚੋਂ ਵੀ ਫੁੱਟ ਕੇ ਨਿਕਲਦੀ ਰਹਿੰਦੀ ਹੈ। ਕਦੇ ਕ੍ਰਾਂਤੀਕਾਰੀਆਂ ਨੇ ਆਜ਼ਾਦੀ ਦਾ ਬੀੜਾ ਚੁੱਕਿਆ ਅਤੇ ਕਦੇ ਕਾਂਗਰਸ ਦੇ ਗਰਮ ਦਲ ਨੇ। ਇੱਕ ਪਾਸੇ ਗਦਰ ਪਾਰਟੀ ਨੇ ਵਿਦੇਸ਼ਾਂ ਵਿੱਚ ਆਜ਼ਾਦੀ ਦਾ ਸੰਗਰਾਮ ਛੇੜ ਦਿੱਤਾ ਸੀ, ਤਾਂ ਦੂਜੇ ਪਾਸੇ ਪੰਜਾਬ ਵਿੱਚ ਵੀ ਉਹ ਦੇਸ਼ ਦੀ ਆਜ਼ਾਦੀ ਲਈ ਤਿਆਰ ਸਨ। ਸੰਨ 1915 ਵਿੱਚ ਰਾਸ ਬਿਹਾਰੀ ਬੋਸ ਨੇ ਪੰਜਾਬ ਆ ਕੇ ਲਾਹੌਰ, ਫਿਰੋਜ਼ਪੁਰ, ਅੰਮ੍ਰਿਤਸਰ, ਨਨਕਾਣਾ ਸਾਹਿਬ ਅਤੇ ਤਰਨਤਾਰਨ ਵਿੱਚ ਆਪਣੇ ਦੂਤਾਂ ਦੇ ਜ਼ਰੀਏ ਅੰਗਰੇਜ਼ੀ ਸੈਨਾ ਵਿੱਚ ਭਰਤੀ ਭਾਰਤੀ ਸੈਨਿਕਾਂ ਨਾਲ ਸ਼ਸਤਰ ਸਮੇਤ ਕ੍ਰਾਂਤੀ ਲਈ ਸੰਪਰਕ ਕੀਤਾ ਸੀ। ਪਰ ਕਿਸੇ ਤਰ੍ਹਾਂ ਇਹ ਯੋਜਨਾ ਅੰਗਰੇਜ਼ਾਂ ਨੂੰ ਪਤਾ ਲੱਗ ਗਈ ਅਤੇ ਕਈ ਕ੍ਰਾਂਤੀਕਾਰੀ ਗ੍ਰਿਫਤਾਰ ਕਰ ਲਏ ਗਏ। 16 ਨਵੰਬਰ 1915 ਵਾਲੇ ਦਿਨ 19 ਸਾਲਾ ਬਾਲਕ ਕਰਤਾਰ ਸਿੰਘ ਸਰਾਭਾ ਨੂੰ ਅੰਗਰੇਜ਼ਾਂ ਨੇ ਲਾਹੌਰ ਦੀ ਜੇਲ੍ਹ ਵਿੱਚ ਫਾਂਸੀ ਦੇ ਫੰਦੇ ਤੇ ਲਟਕਾ ਦਿੱਤਾ। ਸੰਨ 1918 ਵਿੱਚ ਸੈਨ ਫਰਾਂਸਿਸਕੋ ਵਿੱਚ ਗਦਰ ਪਾਰਟੀ ਦੇ ਮੈਂਬਰਾਂ ਦੇ ਮੁਕੱਦਮੇ ਚਲਾ ਕੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ। ਇਹ ਪਹਿਲੇ ਵਿਸ਼ਵ ਯੁੱਧ ਦਾ ਸਮਾਂ ਸੀ ਅਤੇ ਅੰਗਰੇਜ਼ਾਂ ਨੇ ਆਪਣੇ ਹਿੱਤ ਦੇ ਇਸ ਯੁੱਧ ਵਿੱਚ ਭਾਰਤ ਨੂੰ ਵੀ ਝੋਕ ਦਿੱਤਾ ਸੀ। ਇਸ ਯੁੱਧ ਵਿੱਚ ਅੰਗਰੇਜ਼ਾਂ ਨੇ ਭਾਰਤ ਦੀ ਸੰਪत्ति, ਯੁੱਧ ਸਮੱਗਰੀ ਅਤੇ ਸੈਨਿਕਾਂ ਦਾ ਬਹੁਤ ਜ਼ਿਆਦਾ ਇਸਤੇਮਾਲ ਕੀਤਾ ਅਤੇ ਬਦਲੇ ਵਿੱਚ ਭਾਰਤ ਨੂੰ ਕੀ ਮਿਲਿਆ? ਇੱਕ ਕਾਲਾ ਕਾਨੂੰਨ, ਰੌਲਟ ਐਕਟ। ਆਮ ਹਿੰਦੁਸਤਾਨੀ ਦੀ ਜ਼ਬਾਨ ਵਿੱਚ ਇਸ ਐਕਟ ਨੂੰ ਨਾ ਵਕੀਲ, ਨਾ ਦਲੀਲ, ਨਾ ਅਪੀਲ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇਸ ਐਕਟ ਦੇ ਪਾਸ ਹੋਣ ਮਗਰੋਂ ਪੁਲਿਸ ਚਾਹੇ ਜਿਸ ਦੀ ਵੀ ਤਲਾਸ਼ੀ ਲੈ ਸਕਦੀ ਸੀ, ਬਿਨਾਂ ਕਾਰਨ ਕਿਸੇ ਨੂੰ ਵੀ 2 ਸਾਲ ਦੀ ਸਜ਼ਾ ਦਿੱਤੀ ਜਾ ਸਕਦੀ ਸੀ। ਇਸ ਦੇ ਇਸਤੇਮਾਲ ਕਰਕੇ ਭਾਰਤੀ ਅਖਬਾਰਾਂ ਦੀ ਕਲਮ ਟੁੱਟ ਸਕਦੀ ਸੀ। ਫਿਰ ਭਾਰਤ ਨੇ ਇਸ ਕਾਲੇ ਕਾਨੂੰਨ ਦਾ ਜਵਾਬ ਦਿੱਤਾ ਸੱਤਿਆਗ੍ਰਹਿ ਦੇ ਨਾਲ। ਦੇਸ਼ ਭਰ ਵਿੱਚ ਇਸ ਦੇ ਵਿਰੋਧ ਵਿੱਚ ਸਭਾਵਾਂ ਤੇ ਅੰਦੋਲਨ ਹੋਣ ਲੱਗੇ। ਫਿਰ 30 ਮਾਰਚ 1919 ਵਾਲੇ ਦਿਨ ਦਿੱਲੀ ਵਿੱਚ 60 ਨਿਹੱਥੇ ਲੋਕਾਂ ਨੂੰ ਸਰਕਾਰੀ ਗੋਲੀਆਂ ਨਾਲ ਮਾਰ ਦਿੱਤਾ ਗਿਆ। ਪੰਜਾਬ ਵਿੱਚ ਡਾਕਟਰ ਸਤਿਪਾਲ ਅਤੇ ਡਾਕਟਰ ਕਿਚਲੂ ਇਸੇ ਕਾਨੂੰਨ ਦੇ ਵਿਰੋਧ ਦੀ ਪ੍ਰਧਾਨਗੀ ਕਰ ਰਹੇ ਸਨ। ਉਦੋਂ ਅੰਗਰੇਜ਼ਾਂ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਪੰਜਾਬ ਦੀ ਜਨਤਾ ਨੇ ਇਸ ਗ੍ਰਿਫਤਾਰੀ ਦਾ ਵਿਰੋਧ ਕੀਤਾ ਅਤੇ ਉਹਨਾਂ ਦੀ ਰਿਹਾਈ ਲਈ ਕਈ ਅਰਜ਼ੀਆਂ ਦਿੱਤੀਆਂ, ਪਰ ਪੰਜਾਬ ਦੇ ਲੈਫਟੀਨੈਂਟ ਗਵਰਨਰ ਮਾਈਕਲ ਓਡਾਇਰ ਤੇ ਇਸ ਦਾ ਕੋਈ ਅਸਰ ਨਾ ਹੋਇਆ। ਉਸ ਦੇ ਇਰਾਦੇ ਤਾਂ ਕੁਝ ਹੋਰ ਹੀ ਸਨ। 9 ਅਪ੍ਰੈਲ 1919 ਰਾਮਨੌਮੀ ਵਾਲੇ ਤਿਉਹਾਰ ਤੇ ਅੰਮ੍ਰਿਤਸਰ ਵਿੱਚ ਸ਼ਾਂਤੀ ਬਣੀ ਰਹੀ। ਫਿਰ ਵੀ ਅੰਗਰੇਜ਼ਾਂ ਨੇ ਉਸ ਦਿਨ ਮਹਾਤਮਾ ਗਾਂਧੀ ਦੇ ਉੱਥੇ ਆਉਣ ਤੇ ਰੋਕ ਲਗਾ ਦਿੱਤੀ ਅਤੇ ਉਹਨਾਂ ਨੂੰ ਪਲ ਤੇ ਹੀ ਗ੍ਰਿਫਤਾਰ ਕਰ ਲਿਆ। ਇਸ ਦੇ ਵਿਰੋਧ ਵਿੱਚ ਪੰਜਾਬ ਵਿੱਚ ਕਈ ਥਾਵਾਂ ਤੇ ਸਭਾਵਾਂ ਹੋਈਆਂ, ਪਰ ਲੋਕਾਂ ਨੂੰ ਇਹ ਪਤਾ ਨਹੀਂ ਸੀ ਕਿ ਉਹਨਾਂ ਦੇ ਇਸ ਅਹਿੰਸਾਤਮਕ ਪ੍ਰਤੀਰੋਧ ਦਾ ਜਵਾਬ ਅੰਗਰੇਜ਼ ਇੰਨੇ ਜ਼ੁਲਮ ਸਿਤਮ ਨਾਲ ਦੇਣਗੇ। ਮਾਈਕਲ ਓਡਾਇਰ ਨੇ ਜਨਰਲ ਡਾਇਰ ਨੂੰ ਸੈਨਾ ਦੀਆਂ ਟੁਕੜੀਆਂ ਸਮੇਤ ਜਲੰਧਰ ਤੋਂ ਬੁਲਵਾ ਲਿਆ। General, we want you immediately with your troops. तुम्हारी यहाँ जरूरत है। इन हिंदुस्तानियों को काबू में लाना पड़ेगा। Yes, sir. I'm coming. जब जलियांवाला बाग अंदर विसाखी मनाउण आए हजारों हिंदुस्तानी अपने नेता हंसराज को सुन रहे सन। एक हवाई जहाज उन्हां दे उत्तों दी गुजरिया। दरअसल अंग्रेज हवाई जहाज
जहाज राही बाग ਦਾ ਮੁਆਇਨਾ ਕਰ ਰਹੇ ਸਨ। तोड़ दिखेगी। ਇਹ ਦੇਖ ਕੇ ਉੱਥੇ ਦੇ ਲੋਕਾਂ ਵਿੱਚ ਬੇਚੈਨੀ ਵੱਧ ਗਈ। और शांति बनाए रखिए, शांति बनाए रखिए। डरने की कोई बात नहीं है। ਪਰ ਉਹਨਾਂ ਦੇ ਨੇਤਾ ਨੇ ਉਹਨਾਂ ਨੂੰ ਹੌਸਲਾ ਦਿੱਤਾ। ਇੰਨੀ ਦੇਰ ਨੂੰ ਦੂਰੋਂ ਗਲੀ ਵਿੱਚੋਂ ਕੁਝ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਕੁਝ ਬਖਤਰਬੰਦ ਗੱਡੀਆਂ ਗਲੀ ਦੇ ਪਾਰ ਆ ਕੇ ਰੁਕੀਆਂ। ਜਨਰਲ ਡਾਇਰ ਆਪਣੇ 90 ਸੈਨਿਕਾਂ ਸਮੇਤ ਬਾਗ ਵਿੱਚ ਆ ਚੁੱਕੇ ਸਨ। अगर हमने हाथ उठाया या हिंसा की तो हम उनसे अलग कैसे हुए? ਲੋਕਾਂ ਵਿੱਚ ਕੁਝ ਹਲਚਲ ਜਿਹੀ ਹੋਈ ਪਰ ਹੰਸਰਾਜ ਨੇ ਉਹਨਾਂ ਨੂੰ ਫੇਰ ਹੌਸਲਾ ਦਿੱਤਾ। डरने की कोई बात नहीं है। हम शांति से बात करेंगे। ਸ਼ਾਂਤੀ ਨਾਲ ਗੱਲ ਕਰਦੇ ਲੋਕਾਂ ਨੂੰ ਕਿਸ ਕੋਲੋਂ ਖਤਰਾ ਹੋ ਸਕਦਾ ਸੀ। ਲੋਕੀ ਕੁਝ ਸੋਚਦੇ ਉਸ ਤੋਂ ਪਹਿਲਾਂ ਜਨਰਲ ਡਾਇਰ ਨੇ ਆਪਣੇ ਸਿਪਾਹੀਆਂ ਨੂੰ ਪੋਜੀਸ਼ਨ ਲੈਣ ਦਾ ਹੁਕਮ ਦਿੱਤਾ। ਲੋਕਾਂ ਵਿੱਚ ਖੌਫ ਵਧਦਾ ਜਾ ਰਿਹਾ ਸੀ। ਔਰਤਾਂ ਆਪਣੇ ਬੱਚਿਆਂ ਨੂੰ ਦੇਖ ਕੇ ਦਹਿਸ਼ਤ ਨਾਲ ਕੰਬ ਰਹੀਆਂ ਸਨ। ਆਦਮੀ ਆਪਣੇ ਪਰਿਵਾਰਾਂ ਨੂੰ ਆਪਣੀਆਂ ਬਾਹਾਂ ਵਿੱਚ ਸਮੇਟੇ ਚੀਖਾਂ ਦੇ ਸਮੁੰਦਰ ਵਿੱਚ ਡੁੱਬਦੇ ਜਾ ਰਹੇ ਸਨ। ਅਤੇ ਬੱਚਿਆਂ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਉਹਨਾਂ ਦੇ ਮਾਸੂਮ ਖਿੜੇ ਚਿਹਰੇ ਕੁਝ ਹੀ ਦੇਰ ਮਗਰੋਂ ਇੱਕ ਗਹਿਰੀ ਅਤੇ ਠੰਡੀ ਖਾਮੋਸ਼ੀ ਵਿੱਚ ਗੁਆਚਣ ਵਾਲੇ ਸਨ। इधर भी लाइट है। ਨਾ ਕੋਈ ਚੇਤਾਵਨੀ, ਨਾ ਬਾਗ ਖਾਲੀ ਕਰਨ ਦਾ ਐਲਾਨ, ਨਾ ਸਭਾ ਬੰਦ ਕਰਨ ਦਾ ਹੁਕਮ। ਸਿੱਧੇ ਇੱਕੋ ਹੁਕਮ ਜਾਰੀ ਹੋਇਆ। ਗੋਲੀਆਂ ਬੰਦੂਕਾਂ ਦੀਆਂ ਗੋਲੀਆਂ ਚੋਂ ਫੜਨ ਲੱਗੇ। ਲੋਕੀ ਬੇਤਹਾਸ਼ਾ ਆਪਣੀਆਂ ਜਾਨਾਂ ਬਚਾਉਣ ਲਈ ਇੱਧਰ ਉੱਧਰ ਭੱਜ ਰਹੇ ਸਨ। ਪਰ ਨਾ ਅੰਗਰੇਜ਼ ਹੁਕੂਮਤ ਦੀਆਂ ਬੰਦੂਕਾਂ ਰੁਕੀਆਂ ਅਤੇ ਨਾ ਹੀ ਡਾਇਰ ਦੀਆਂ ਅੱਖਾਂ ਵਿੱਚ ਕੋਈ ਇਨਸਾਨੀਅਤ ਜਾਗੀ। ਜੋ ਗੋਲੀਆਂ ਉਹਨਾਂ ਬੇਗੁਨਾਹਾਂ ਦੇ ਜਿਸਮਾਂ ਨੂੰ ਚੀਰਦੀਆਂ ਦੀਵਾਰਾਂ ਵਿੱਚ ਖੁੱਭ ਗਈਆਂ ਸਨ, ਉਹ ਅੱਜ ਵੀ ਦੀਵਾਰਾਂ ਵਿੱਚ ਦਫਨ ਹਨ। ਗੋਲੀਆਂ ਚੱਲਦੀਆਂ ਰਹੀਆਂ। ਅੰਗਰੇਜ਼ਾਂ ਦੀਆਂ ਗੋਲੀਆਂ ਤੋਂ ਜਾਨਾਂ ਬਚਾਉਂਦੇ ਹੋਏ ਉਹਨਾਂ ਲੋਕਾਂ ਲਈ ਉਸ ਦਿਨ ਇੱਕ ਹੋਰ ਉਮੀਦ ਸੀ। ਬਾਗ ਵਿੱਚ ਮੌਜੂਦ ਖੂਹ। ਲੋਕੀ ਬਚਦੇ ਬਚਾਉਂਦੇ ਉਸ ਵਿੱਚ ਛਾਲਾਂ ਮਾਰਦੇ ਗਏ। ਹੌਲੀ ਹੌਲੀ ਉਹ ਖੂਹ ਜ਼ਿੰਦਾ ਦੇ ਮੁਰਦਿਆਂ ਨਾਲ ਭਰਦਾ ਚਲਾ ਗਿਆ। ਖੂਹ ਇਨਸਾਨ ਦੀ ਪਿਆਸ ਬੁਝਾਉਂਦਾ ਹੈ, ਪਰ ਉਸ ਦਿਨ ਉਸ ਖੂਹ ਨੇ ਸ਼ੈਤਾਨ ਦੀ ਪਿਆਸ ਬੁਝਾਈ ਸੀ। ਇਹ ਖੂਹ ਇਸ ਇਤਿਹਾਸਕ ਮੈਦਾਨ ਵਿੱਚ ਗੂੰਜਦਾ ਹੋਇਆ ਇੱਕ ਕਾਲਾ ਸਥਾਨ ਹੈ, ਜਿਸ ਵਿੱਚ ਅੱਜ ਵੀ ਉਹਨਾਂ ਬੇਗੁਨਾਹਾਂ ਦੀਆਂ ਚੀਖਾਂ ਗੂੰਜ ਰਹੀਆਂ ਹਨ। ਉਸ ਦਿਨ ਜਲਿਆਂਵਾਲਾ ਬਾਗ ਵਿੱਚ ਖੂਨੀ ਜਨਰਲ ਡਾਇਰ ਦੀਆਂ ਪਿਆਸੀਆਂ ਬੰਦੂਕਾਂ ਗੋਲੀਆਂ ਖਤਮ ਹੋਣ ਤੱਕ ਚੱਲਦੀਆਂ ਰਹੀਆਂ ਅਤੇ ਹਿੰਦੁਸਤਾਨੀ ਸ਼ਹੀਦ ਹੁੰਦੇ ਰਹੇ। ਉਸ ਨੂੰ ਤਾਂ ਇਹ ਅਫਸੋਸ ਹੋ ਰਿਹਾ ਸੀ ਕਿ ਗਲੀ ਭੀੜੀ ਹੋਣ ਕਾਰਨ ਉਹ ਆਪਣੀ ਮਸ਼ੀਨ ਗਨ ਉੱਥੇ ਤੱਕ ਨਹੀਂ ਲਿਜਾ ਸਕਿਆ ਸੀ। ਜਲਿਆਂਵਾਲਾ ਬਾਗ ਦੇ ਇਸ ਕਤਲੇਆਮ ਵਿੱਚ ਉਸ ਦਿਨ ਡਾਇਰ ਨੇ ਆਪਣੇ 90 ਸੈਨਿਕਾਂ ਨਾਲ 10 ਮਿੰਟ ਵਿੱਚ 1650 ਗੋਲੀਆਂ ਦਾਗੀਆਂ, ਜਿਸ ਨਾਲ 1000 ਤੋਂ ਜ਼ਿਆਦਾ ਭਾਰਤੀ ਸ਼ਹੀਦ ਹੋਏ ਅਤੇ 1500 ਤੋਂ ਜ਼ਿਆਦਾ ਜ਼ਖਮੀ। ਉਹਨਾਂ ਦਰਿੰਦਿਆਂ ਨੇ ਤਾਂ ਬੱਚਿਆਂ ਨੂੰ ਵੀ ਨਹੀਂ ਛੱਡਿਆ। ਉਸ ਦਿਨ 15 ਬੱਚਿਆਂ ਨੂੰ ਗੋਲੀਆਂ ਮਾਰੀਆਂ ਗਈਆਂ। ਉਹਨਾਂ
ਬੱਚਿਆਂ ਵਿੱਚੋਂ ਇੱਕ ਬੱਚਾ ਐਸਾ ਵੀ ਸੀ ਜਿਸ ਦੀ ਉਮਰ ਕੋਈ 10 ਕੁ ਸਾਲ ਰਹੀ ਹੋਵੇਗੀ। ਉਸ ਮਰੇ ਹੋਏ ਬੱਚੇ ਦੀ ਲਾਸ਼ ਦੀ ਗੋਦੀ ਵਿੱਚ ਇੱਕ ਲਾਸ਼ ਹੋਰ ਵੀ ਸੀ, ਇੱਕ 3 ਸਾਲ ਦੇ ਬੱਚੇ ਦੀ ਲਾਸ਼। ਬਾਗ ਵਿੱਚ ਮੌਜੂਦ ਇੱਕ ਲਾਸ਼ ਦੇ ਕੋਲ ਇੱਕ ਔਰਤ ਬੈਠੀ ਸੀ। ਉਸ औरत का नाम ਸੀ रतन देवी, जो अपने पति की लाश ਦੇ ਵਿਰਲਾਪ ਕਰ ਰਹੀ ਸੀ। ਅਤੇ ਇਸੇ ਤਰ੍ਹਾਂ ਪਤਾ ਨਹੀਂ ਕਿੰਨੇ ਕੁ ਜ਼ਖਮੀ ਲੋਕ ਆਪਣਿਆਂ ਦੀਆਂ ਲਾਸ਼ਾਂ ਕੋਲ ਬੈਠੇ ਹੋਏ ਸਨ। कुत्तों को भगाने के लिए मैंने एक छड़ी खोज ली। वहां दर्द में छटपटाते 3 और लोगों को भी देखा। साथ ही करीब 12 साल के एक बच्चे को देखा जिसने कराहते हुए विनती की कि मैं वहां से ना जाऊं। मैंने पूछा कि क्या मैं उसे कुछ उड़ा दूं, लेकिन उसे तो केवल पानी चाहिए था। उस जगह मैं पानी कहां से लाती? अपनी अनुभूतियों को व्यक्त करना मेरे लिए असंभव है। वहां मृतकों के ढेर लगे पड़े थे। उनमें से बहुत से छोटे छोटे मासूम बच्चे भी थे। मैं वो दृश्य कभी नहीं भूल सकती। मृतकों के उस एकाकी जंगल में पूरी रात मैंने अकेले ही बिताई। हर घंटे घड़ी की आवाज सुनाई दे रही थी। सुबह 6 बजे मेरी गली से कुछ लोग चारपाई लाए और मैं अपने पति का शरीर घर ले जा सकी। उस रात मैंने जो अनुभव किया वो केवल मुझे और मेरे भगवान को ही पता है। ਉੱਥੇ ਮੌਜੂਦ ਮੁਰਦਿਆਂ ਦੀ ਅਤੇ ਉਹਨਾਂ ਦੇ ਵਿਰਲਾਪ ਕਰ ਰਹੇ ਉਹਨਾਂ ਦੇ ਘਰਦਿਆਂ ਦੀ ਖਬਰ ਲੈਣ ਵਾਲਾ ਕੋਈ ਨਹੀਂ ਸੀ। ਜ਼ਖਮੀਆਂ ਦਾ ਇਲਾਜ ਕਰਨ ਵਾਲਾ ਕੋਈ ਨਹੀਂ ਸੀ। ਉਹਨਾਂ ਨੂੰ ਪਾਣੀ ਤੱਕ ਪਿਲਾਉਣ ਵਾਲਾ ਕੋਈ ਨਹੀਂ ਸੀ। ਆਪ ਖੁਦ ਸੋਚੋ ਉਸ ਦਰਦਨਾਕ ਮਾਹੌਲ ਦੇ ਬਾਰੇ ਜਿਹੜਾ ਅਗਲੇ 24 ਘੰਟਿਆਂ ਤੱਕ ਉਸੇ ਤਰ੍ਹਾਂ ਹੀ ਰਿਹਾ। ਉਹ ਦਰਦ, ਉਹ ਖਾਮੋਸ਼ੀ ਜਿਹੜੀ ਉਸ ਦਿਨ ਜਲਿਆਂਵਾਲਾ ਬਾਗ ਵਿੱਚ ਪਸਰੀ, ਉਹ ਖਾਮੋਸ਼ੀ ਹਿੰਦੁਸਤਾਨ ਦੇ ਸੀਨੇ ਵਿੱਚ ਅੱਜ ਤੱਕ ਗੂੰਜ ਰਹੀ ਹੈ। ਉਸ ਵੇਲੇ ਮਾਰਸ਼ਲ ਲਾਅ ਦੇ ਕਾਲੇ ਬੱਦਲਾਂ ਨੇ ਪੰਜਾਬ ਨੂੰ ਘੇਰ ਰੱਖਿਆ ਸੀ। ਅੰਮ੍ਰਿਤਸਰ ਵਿੱਚ ਇੱਕ ਪਾਸੇ ਸ਼ਹੀਦਾਂ ਦੇ ਪਰਿਵਾਰ ਰੁਦਨ ਵਿੱਚ ਡੁੱਬੇ ਹੋਏ ਸਨ ਤੇ ਦੂਜੇ ਪਾਸੇ ਅੰਗਰੇਜ਼ ਕਹੇ ਲੱਗੇ ਸੀ। ਕਲੱਬਾਂ ਵਿੱਚ ਨੱਚ ਰਹੇ ਸਨ, ਜਸ਼ਨ ਮਨਾ ਰਹੇ ਸਨ। ਉਸ ਰੋਜ਼ ਮਾਰਸ਼ਲ ਲਾਅ ਦਾ ਇਸਤੇਮਾਲ ਕਰਕੇ ਪਤਾ ਨਹੀਂ ਕਿੰਨੇ ਲੋਕਾਂ ਨੂੰ ਸਲਾਖਾਂ ਦੇ ਪਿੱਛੇ ਡੱਕ ਕੇ ਤਸੀਹੇ ਦਿੱਤੇ ਜਾਂਦੇ ਰਹੇ। ਇਸ ਕਤਲੇਆਮ ਦਾ ਦੋਨਾਂ ਡਾਇਰਾਂ ਤੇ ਕੋਈ ਅਸਰ ਨਹੀਂ ਹੋਇਆ। ਕਈ ਦਿਨਾਂ ਤੱਕ ਦੋਵੇਂ ਅੰਮ੍ਰਿਤਸਰ ਦੇ ਲੋਕਾਂ ਉੱਤੇ ਜ਼ੁਲਮ ਕਰਕੇ ਉਹਨਾਂ ਨੂੰ ਦਬਾਉਂਦੇ ਰਹੇ। ਉਹਨਾਂ ਦਾ ਜ਼ੁਲਮ ਇਸ ਹੱਦ ਤੱਕ ਸੀ ਕਿ ਜੋ ਵੀ ਹਿੰਦੁਸਤਾਨੀ ਉਸ ਗਲੀ ਵਿੱਚੋਂ ਗੁਜ਼ਰਦਾ ਉਹਨੂੰ ਗੋਡਿਆਂ ਤੇ ਹੱਥਾਂ ਦੇ ਭਾਰ ਰੇਂਗਣ ਤੇ ਮਜਬੂਰ ਕੀਤਾ ਜਾਂਦਾ। तुम क्रॉल करके रास्ता क्रॉस करो। सारा पंजाब इस अंग्रेजी आतंक का सामना कर रहा है। अपने आप को जमीन पे रगड़ते हुए निकलो यहाँ से। जब 14 अप्रैल ਨੂੰ ਅੰਮ੍ਰਿਤਸਰ ਤੋਂ 87 ਕਿਲੋਮੀਟਰ ਦੂਰ ਗੁਜਰਾਂਵਾਲਾ ਵਿੱਚ ਕੁਝ ਭਾਰਤੀ ਅੰਗਰੇਜ਼ਾਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ। ਉਹਨਾਂ ਉੱਤੇ ਹਵਾਈ ਜਹਾਜ਼ ਤੋਂ ਬੰਬ ਗਿਰਾਏ ਗਏ। ਪਤਾ ਨਹੀਂ ਕਿੰਨੇ ਮਾਰੇ ਗਏ। ਦੁਨੀਆ ਦੀ ਸਭਿਅਤਾ ਦਾ ਝੰਡਾ ਚੁੱਕਣ ਵਾਲੀ ਅੰਗਰੇਜ਼ ਹੁਕੂਮਤ ਦਾ ਅਸਲੀ ਚਿਹਰਾ ਇਹੀ ਸੀ। पंजाब तो कोई खबर बाहर नहीं जा रही सी, पर हुंकार अजे तक जिंदा रही। ओ मुंह ते रखी हथेली विचों भी फुट
फुट के निकलती रही। हौली हौली इस कत्लेआम की खबर पूरे देश विच फैल गई तां पूरा हिंदुस्तान विरोध विच उठ खड़ा होया। रॉलेट एक्ट के खिलाफ देश भर विच अंदोलन तेज हो गया। ਇੱਥੇ ਦੇਸ਼ ਵਿੱਚ ਪ੍ਰਦਰਸ਼ਨ ਅਤੇ ਧਰਨੇ ਹੋ ਰਹੇ ਸਨ ਤੇ ਉਧਰ ਅੰਗਰੇਜ਼ ਡਾਇਰ ਦਾ ਗੁਣਗਾਨ ਕਰ ਰਹੇ ਸਨ। ਉਹਨਾਂ ਦਾ ਖਿਆਲ ਸੀ ਕਿ ਇਹਨਾਂ ਗੋਲੀਆਂ ਦੀਆਂ ਆਵਾਜ਼ਾਂ ਵਿੱਚ ਭਾਰਤ ਦਾ ਰਾਸ਼ਟਰਵਾਦ ਅਤੇ ਸੁਤੰਤਰਤਾ ਸੰਗਰਾਮ ਦਬ ਜਾਵੇਗਾ। ਇੱਕ ਅੰਗਰੇਜ਼ ਕਵੀ ਰੁਡਯਾਰਡ ਕਿਪਲਿੰਗ ਨੇ ਡਾਇਰ ਨੂੰ ਸ਼ਾਬਾਸ਼ੀ ਹੀ ਨਹੀਂ ਦਿੱਤੀ ਬਲਕਿ ਉਸ ਲਈ ਇੱਕ ਰਾਹਤ ਕੋਸ਼ ਵੀ ਖੋਲ ਦਿੱਤਾ। अंग्रेजी अखबार डायर ਨੂੰ ਸਾਮਰਾਜ ਦਾ ਬਹਾਦਰ ਰੱਖਿਅਕ ਦੱਸ ਰਹੇ ਸਨ। ਭਾਰਤੀਆਂ ਨੇ ਇਸ ਬੇਸ਼ਰਮੀ ਦਾ ਮੂੰਹ ਤੋੜ ਜਵਾਬ ਦਿੱਤਾ। ਇਸ ਕਤਲੇਆਮ ਦੇ ਖਿਲਾਫ ਆਪਣੀ ਆਵਾਜ਼ ਨੂੰ ਬੁਲੰਦ ਕਰਦਿਆਂ ਗੁਰੂਦੇਵ ਰਵਿੰਦਰਨਾਥ ਟੈਗੋਰ ਨੇ ਆਪਣੀ ਨਾਈਟਹੁੱਡ ਦੀ ਉਪਾਧੀ ਵਾਪਸ ਕਰ ਦਿੱਤੀ। महात्मा गांधी ने केसरी हिंद की पदवी वापस कर दी। बॉम्बे क्रॉनिकल के संपादक बीजी हॉलिमन ने अपनी नौकरी तो अस्तीफा दे दिता और देश के कवियों ने अपनी कविताओं विच अपना विरोध दर्ज किया। तुझको फूंक देंगे डायर तो है कहाँ का, ये आह का धुआं है नहीं रंग आसमां का। तुझको फूंक देंगे डायर तो है कहाँ का, तू बेवफा है जालिम तू पुरजफा है जालिम। बाकी न नाम रखा जालिया मेरे बाग खाका, अपनी अदा पे ना जा वो करके तूने डायर तड़पाया। विफल वचन को जिक्र क्या है ਇਹਨਾਂ ਤਰਾਨਿਆਂ ਵਿੱਚ ਦੇਸ਼ ਦਾ ਦੁੱਖ ਸੀ, ਦੇਸ਼ ਭਗਤੀ ਸੀ ਅਤੇ ਇਹੀ ਅੰਗਰੇਜ਼ਾਂ ਨੂੰ ਇੱਕ ਚੇਤਾਵਨੀ ਸੀ ਕਿ ਤੁਸੀਂ ਕਦੋਂ ਤੱਕ ਜ਼ੁਲਮ ਕਰਦੇ ਰਹੋਗੇ। ਇਹ ਦੇਸ਼ ਸਾਡਾ ਹੈ ਅਤੇ ਅਸੀਂ ਇਸ ਨੂੰ ਆਜ਼ਾਦ ਕਰਵਾ ਕੇ ਹੀ ਰਹਾਂਗੇ। ਫਿਰ ਵੀ ਜਦੋਂ ਦੇਸ਼ ਭਰ ਵਿੱਚ ਹੋ ਰਹੇ ਵਿਰੋਧ ਨਹੀਂ ਰੁਕੇ ਤਾਂ ਉਹਨਾਂ ਤੋਂ ਬਚਣ ਲਈ ਅੰਗਰੇਜ਼ੀ ਹੁਕੂਮਤ ਨੇ ਹੰਟਰ ਕਮੇਟੀ ਬਣਾਈ। ਉਸ ਕਮੇਟੀ ਦੀ ਸੱਚਾਈ ਸਾਹਮਣੇ ਲਿਆਉਣ ਲਈ ਕਾਂਗਰਸ ਨੇ ਮਦਨ ਮੋਹਨ ਮਾਲਵੀਆ ਦੀ ਨਿਗਰਾਨੀ ਹੇਠ ਆਪਣੀ ਇਨਕੁਆਇਰੀ ਕਮੇਟੀ ਬਣਾਈ। ਪੰਜਾਬ ਦੇ ਲੋਕਾਂ ਨਾਲ ਆਪਣੀ ਇਕਜੁੱਟਤਾ ਦਿਖਾਉਣ ਲਈ ਕਾਂਗਰਸ ਨੇ ਆਪਣਾ ਸਾਲਾਨਾ ਅਧਿਵੇਸ਼ਨ ਵੀ ਅੰਮ੍ਰਿਤਸਰ ਵਿੱਚ ਕੀਤਾ। ਇਸ ਅਧਿਵੇਸ਼ਨ ਵਿੱਚ ਅੰਗਰੇਜ਼ਾਂ ਦੇ ਵਹਿਸ਼ੀਪਣੇ ਦੀ ਬਹੁਤ ਆਲੋਚਨਾ ਕੀਤੀ ਗਈ। ਇਸ ਘਟਨਾ ਮਗਰੋਂ ਹਿੰਦੁਸਤਾਨ ਵਿੱਚ ਰਾਸ਼ਟਰੀ ਅੰਦੋਲਨ ਦੀਆਂ ਵਿਚਾਰਧਾਰਾਵਾਂ ਹੋਰ ਵੀ ਪ੍ਰਬਲ ਹੋ ਗਈਆਂ। ਜਲਿਆਂਵਾਲਾ ਬਾਗ ਦੇ ਇਸ ਕਤਲੇਆਮ ਮਗਰੋਂ ਉੱਥੇ ਹੋਏ ਜ਼ੁਲਮਾਂ ਨੂੰ ਜਦੋਂ ਆਪਣੇ ਪਿੰਡ ਜਾ ਕੇ ਇੱਕ ਬਾਲਕ ਨੇ ਦੇਖਿਆ ਤਾਂ ਉਸ ਬਾਲਕ ਵਿੱਚ ਦੇਸ਼ ਪ੍ਰੇਮ ਅਤੇ ਆਜ਼ਾਦੀ ਲਈ ਅਲਖ ਜਗ ਗਈ। ਉਸਨੇ ਉਸ ਬਾਲਕ ਨੂੰ ਭਗਤ ਸਿੰਘ ਬਣਾ ਦਿੱਤਾ। 13 ਅਪ੍ਰੈਲ 1919 ਵਿੱਚ ਹੋਏ ਇਸ ਕਤਲੇਆਮ ਦਾ ਬਦਲਾ 21 ਸਾਲ ਬਾਅਦ ਪੰਜਾਬ ਦੇ ਬੇਟੇ ਸ਼ਹੀਦ ਆਜ਼ਮ ਸਰਦਾਰ ਊਧਮ ਸਿੰਘ ਦੀ ਬੰਦੂਕ ਨੇ ਲਿਆ। ਉਹ ਗਦਰ ਪਾਰਟੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ। ਲੰਡਨ ਦੇ ਕੌਕਸਟਨ ਹਾਲ ਵਿੱਚ 13 ਮਾਰਚ 1940 ਵਾਲੇ ਦਿਨ ਚੱਲੀਆਂ ਉਹ 6 ਗੋਲੀਆਂ ਮਾਈਕਲ ਓਡਾਇਰ ਦੇ ਜਿਸਮ ਵਿੱਚ ਉਤਰੀਆਂ। ਉਹੀ ਮਾਈਕਲ ਓਡਾਇਰ ਜਿਸਨੇ ਜਨਰਲ ਡਾਇਰ ਨੂੰ ਜਲਿਆਂਵਾਲਾ ਬਾਗ ਵਿੱਚ ਕਤਲੇਆਮ ਲਈ ਭੇਜਿਆ ਸੀ। ਉਸ ਨੂੰ ਗੋਲੀ ਮਾਰਨ ਮਗਰੋਂ ਊਧਮ ਸਿੰਘ ਉੱਥੋਂ ਭੱਜਿਆ ਨਹੀਂ। ਉਸਨੇ ਬੜੀ ਸ਼ਾਂਤੀ ਨਾਲ ਆਪਣੀ गिरफ्तारी ਦਿੱਤੀ। मैंने अपनी जिंदगी का मकसद पूरा कर लिया और रही बात माइकल ओडायर की तो वो इसी के लायक था। उसे मेरे हाथों मरना ही था। 21 साल से मुझे उसकी चलवाई गोलियों की गूंज ने सोने नहीं दिया है और अब जाकर वो शांत हुई है। अब मेरे जीने या मरने से कोई फर्क नहीं पड़ता। अब मुझे मौत का कोई खौफ नहीं। अपने
अपने मुकदमे दौरान हिंदू मुस्लिम एकता की मिसाल कायम करते हुए उसने अपना नाम मुहम्मद सिंह आजाद दसिया। मेरे पे कत्ल का इल्जाम है, पता है मुझे अपने किए पर गर्व है, क्योंकि मैंने वो अपने मुल्क की आजादी के लिए किया है। क्या ये अदालत मुझे बतलाएगी कि क्या जलियांवाला बाग में जनरल डायर की मनाई हुई वो खूनी बैसाखी कत्लेआम नहीं थी? अंग्रेजों ने उसको लंदन दी पेंटन विलेज जेल विच फांसी ते लटका दिता। आज भी ये देश उस शहीद नू सलाम करता है। शहीद तेरी मौत ही तेरे वतन की जिंदगी, शहीद तेरी मौत ही तेरे वतन की जिंदगी। तेरे लहू से जाग उठेगी इस चमन की जिंदगी। खिलेंगे फूल उस जगह कि तू जहां शहीद हो, खिलेंगे फूल उस जगह कि तू जहां शहीद हो। शहीद तेरी मौत ही तेरे वतन की जिंदगी। ये जो इतिहास आप सारे ने सुनिया, ये इतिहास उस जुल्म दा भरिया इतिहास है जिसमें साडे देशवासियों ने झेलिया सी। ये वो जलियांवाला बाग दा इतिहास है जो सानू सिखाता है कि जालिम चाहे कितना भी जुल्म क्यों ना होवे, वो एक दिन झुकदा जरूर है। ये इतिहास उन शहीदों का इतिहास है जिन्हां दी शहादत नूं ये देश अते इस दे लोकी तुसीं ते असीं कदे बेकार नहीं जाणदे।